बिस्मिल्लाहिर्रहमानिर्रहीम। अच्छा, ਜਿਹੜੇ ਲੋਕ ਈਦ 'ਤੇ ਕੁਰਬਾਨੀ ਕਰਦੇ ਨੇ ਨਾ, ਲੋਕ ਉਹਨਾਂ ਦੀ ਬੜੀ ਇੱਜ਼ਤ ਕਰਦੇ ਨੇ। ਅਤੇ ਜਿਹੜੇ ਲੋਕ ਤਕਰੀਬਨ ਹਰ ਸਾਲ ਕੁਰਬਾਨੀ ਕਰਦੇ ਨੇ ਉਹਨਾਂ ਦੀ ਤਾਂ ਜ਼ਿਆਦਾ ਇੱਜ਼ਤ ਕਰਦੇ ਨੇ, ਅਤੇ ਨਾਲੇ ਬੜੀ ਇੱਜ਼ਤ ਦੇ ਨਾਲ ਕਹਿੰਦੇ ਨੇ ਕਿ ਸਰਕਾਰ ਪਾਵੇ ਸਾਨੂੰ ਦਿਆ ਜੇ, ਸਿਰੀ ਸਾਨੂੰ ਦਿਆ ਜੇ। ਇਹ ਚੀਜ਼ ਵੀ ਕਹਿੰਦੇ ਨੇ। ਉਹ ਇਸ ਲਾਲਚ ਦੇ ਵਿੱਚ ਕਿ ਸਾਨੂੰ ਸਿਰੀ ਮਿਲ ਜਾਏਗੀ, ਸਾਨੂੰ ਪਾਵੇ ਮਿਲ ਜਾਣਗੇ, ਇਸ ਚੱਕਰ ਦੇ ਵਿੱਚ ਉਹਦੀ ਇੱਜ਼ਤ ਕੀਤੀ ਰੱਖਦੇ ਨੇ। ਅਤੇ ਉਹ ਵੱਖਰਾ ਹੀ ਚੌਧਰੀ ਬਣਿਆ ਫਿਰਦਾ ਨੇ ਕਿ ਅੱਛਾ ਗੁਲਾਮੀ ਤਾਂ ਮੇਰੀ ਹੋ ਰਹੀ। ਅੱਛਾ, ਅਗਰ ਮੁਹੱਲੇ ਦੇ ਵਿੱਚ ਕਿਸੇ ਦੇ ਘਰ ਫਰਿੱਜ ਹੋਵੇ ਅਤੇ ਉਹ ਲੋਕ ਜਿਨ੍ਹਾਂ ਦੇ ਘਰ ਫਰਿੱਜ ਨਾ ਹੋਵੇ, ਉਹ ਉਸ ਫਰਿੱਜ ਵਾਲੇ ਘਰ ਦੇ ਬੰਦੇ ਦੀ ਬੜੀ ਇੱਜ਼ਤ ਕਰਦੇ ਨੇ ਕਿ ਯਾਰ ਗਰਮੀ ਦੇ ਵਿੱਚ ਬਰਫ਼ ਤਾਂ ਮਿਲੇਗੀ ਨਾ, ਉਹਨਾਂ ਨਾਲ ਬਣਾ ਕੇ ਰੱਖਦੇ ਨੇ। ਹਕੀਕਤ ਗੱਲ ਇਹ ਇਸ ਤਰ੍ਹਾਂ ਹੁੰਦਾ ਹੈ। ਹੁਣ ਜਿਨ੍ਹਾਂ ਦੀ ਆਪਣੀਆਂ ਫਰਿੱਜਾਂ ਨੇ ਉਹਨਾਂ ਨੂੰ ਤਾਂ ਇਸ ਚੀਜ਼ ਦਾ ਅਹਿਸਾਸ ਨਹੀਂ ਹੋਣਾ, ਜਾਂ ਜਿਹੜੇ ਕੁਰਬਾਨੀ ਆਪ ਕਰਦੇ ਨੇ ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਨਹੀਂ ਹੋਣਾ। ਜਿਹੜੇ ਲੋਕ ਨਹੀਂ ਨਾ ਕੁਰਬਾਨੀ ਕਰਦੇ ਉਹਨਾਂ ਨੂੰ ਪੁੱਛਣਾ ਕਿ ਉਹ ਗੋਸ਼ਤ ਦੇ ਬਦਲੇ ਕੀ ਕਰਦੇ ਨੇ, ਕਿਵੇਂ ਉਹਦੀ ਇੱਜ਼ਤ ਕਰਦੇ ਨੇ ਜਿਹਨੂੰ ਕੁਰਬਾਨੀ ਕਰਨੀ ਹੁੰਦੀ ਹੈ। ਅਤੇ ਜਿਹਦੇ ਘਰ ਫਰਿੱਜ ਹੁੰਦੀ ਉਹਦੇ ਨਾਲ ਕਿਵੇਂ ਤਾਲੁਕ ਬਣਾ ਕੇ ਰੱਖਦੇ ਨੇ। ਪਤਾ ਹੁੰਦਾ ਯਾਰ ਇਹਨੇ ਗੋਸ਼ਤ ਬਣਨਾ। ਉਹ ਮੈਨੂੰ ਇੱਕ ਬੜੀ ਮਿਸਾਲ ਸਮਝ ਆਈ। ਉਹ ਦਰਬਾਰ 'ਤੇ ਬੰਦਾ ਗਿਆ ਅਤੇ ਉਹ ਸਾਰੇ ਲੋਕ ਤਾਂ ਦਰਬਾਰ ਦੀਆਂ ਜਾਲੀਆਂ ਚੁੰਮਣ, ਤੋਂ ਇੱਕ ਬੰਦਾ ਮਲੰਗ ਦੇ ਹੱਥ ਚੁੰਮੀ ਜਾਵੇ। ਉਹਨੇ ਕਿ ਇਹ ਕੀ ਗੱਲ, ਤੂੰ ਇਹਦੇ ਹੱਥ ਚੁੰਮਣੇ ਆ? ਉਹਨੇ ਕਿਹਾ ਚੁੱਪ ਕਰ, ਲੰਗਰ ਇਹਨੇ ਹੀ ਵੰਡਣਾ। ਪਤਾ ਲੱਗਾ ਜਿਹਦੇ ਕੋਲ ਕੋਈ ਮੁਫਾਜ਼ ਹੋਵੇ ਨਾ, ਲੋਕ ਉਹਨਾਂ ਨਾਲ ਬਣਾ ਕੇ ਰੱਖਦੇ ਨੇ। ਹੁਣ ਇੱਕ ਗੱਲ ਸਮਝ ਨਹੀਂ ਮੈਨੂੰ ਆਉਂਦੀ ਲੋਕਾਂ ਦੀ ਕਿ ਅਕਲ ਬੰਦ ਹੋ ਗਈ ਹੈ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਫਰਮਾਨ ਹੈ, ਹਸਨੋ ਹੁਸੈਨ ਅਲੈਹਿਸਲਾਮ ਜੰਨਤ ਦੇ ਜਵਾਨਾਂ ਦੇ ਸਰਦਾਰ ਨੇ। ਜੰਨਤ ਦੇ ਸਰਦਾਰ ਨੇ ਇਹ ਹਸਤੀਆਂ, ਠੀਕ ਹੈ। ਹੁਣ ਕੋਈ ਵੀ ਇਬਾਦਤ ਗੁਜ਼ਾਰ ਹੋਵੇ, ਉਹਦਾ ਆਖਰੀ ਟਾਰਗੇਟ ਜੰਨਤ ਜਾਣਾ ਹੈ, ਬਸ ਜੰਨਤ ਜਾਣਾ ਹੈ। ਨਮਾਜ਼ ਪੜ੍ਹ ਲੈ, ਰੋਜ਼ਾ ਕਰ ਲੈ, ਰੱਖ ਲੈ, ਜਹਾਦ ਕਰ ਲੈ, ਜੋ ਵੀ ਕਰ ਲੈ, ਉਹ ਕਹਿੰਦਾ ਹੈ ਕਿ ਮੈਂ ਜੰਨਤ ਜਾਣਾ ਹੀ ਜਾਣਾ ਹੈ। ਲੇਕਿਨ ਜਿਹੜੇ ਜੰਨਤ ਦੇ ਸਰਦਾਰ ਨੇ ਅਕਲ ਮਾਰੀ ਗਈ। ਜਿਹੜੇ ਜੰਨਤ ਦੇ ਸਰਦਾਰ ਨੇ ਉਹਨਾਂ ਨਾਲ ਕੋਈ ਬਣਾ ਕੇ ਨਹੀਂ ਰੱਖਣ ਦਿਆ, ਅਤੇ ਸ਼ੌਕ ਹੈ ਜੰਨਤ ਜਾਣ ਦਾ। ਅਕਲ ਹੀ ਮਾਰੀ ਗਈ ਏ। ਉਹ ਜਿਨ੍ਹਾਂ ਕੋਲ ਬਰਫ਼ ਲੈਣੀ ਹੋਵੇ, ਜਿਨ੍ਹਾਂ ਕੋਲ ਸਿਰੀ ਪਾਵੇ ਲੈਣੇ ਹੋਣ, ਉਹਨਾਂ ਦੀ ਤੂੰ ਇੰਨੀ ਇੱਜ਼ਤ ਕਰਦਾ ਹੈ, ਉਹਨਾਂ ਨਾਲ ਤਲਕ ਬਣਾ ਕੇ ਰੱਖਦਾ ਹੈ। ਪਰ ਜਿਨ੍ਹਾਂ ਦੀ ਜੰਨਤ 'ਚ ਜਾਣਾ ਚਾਹੁੰਦਾ ਹੈ, ਉਹਨਾਂ ਦੇ ਮੁਕਾਬਲੇ 'ਚ ਕਿਹੋ ਜਿਹੀਆਂ ਗੱਲਾਂ ਕਰਦਾ। ਨਾ ਉਹਨਾਂ ਕੋਲ ਤੂੰ ਦੀਨ ਲੈਣਾ ਹੈ, ਠੀਕ ਹੈ, ਨਾ ਉਹਨਾਂ ਦੀ ਤੂੰ ਗੱਲ ਮੰਨਦਾ ਹੈ। ਅਗਰ ਤੈਨੂੰ ਪੁੱਛੀਏ ਤਾਂ ਤੂੰ ਕਹਿੰਦਾ ਮੈਂ ਉਹਨਾਂ ਨੂੰ ਮੰਨਦਾ ਹੈ। ਉਹ ਬਈ ਉਹਨਾਂ ਨੂੰ ਖਾਲੀ ਮੰਨਣਾ ਨਹੀਂ, ਉਹਨਾਂ ਦੀ ਗੱਲ ਵੀ ਮੰਨਣੀ ਹੈ। ਅਤੇ ਮੈਨੂੰ ਇਹ ਦੱਸ, ਜੇ ਤੂੰ ਮੰਨਦਾ ਹੈ ਤਾਂ ਫਿਰ ਉਹਨਾਂ ਦੀ ਗੱਲ ਕਿਹੜੀ ਮੰਨਦਾ ਹੈ? ਅਤੇ ਜੇ ਤੂੰ ਕਦੀ ਆਪਣੇ ਜ਼ਮੀਰ ਨਾਲ ਫੈਸਲਾ ਕਰੇ ਨਾ, ਅਤੇ ਤੂੰ ਸੋਚਣ 'ਤੇ ਮਜਬੂਰ ਹੋਏਗਾ ਤੂੰ ਗੱਲ ਉਹਨਾਂ ਦੀ ਕੋਈ ਨਹੀਂ ਮੰਨਦਾ, ਬਸ ਐਵੇਂ ਹੀ ਹੈ ਕਿ ਬਸ ਮੈਂ ਤੈਨੂੰ ਮੰਨਦਾ। ਇਹ ਤਾਂ ਕੋਈ ਗੱਲ ਨਾ ਹੋਈ। ਅਤੇ ਬਾਕੀ ਯਾਰ ਖਿਆਲ ਕਰੋ, ਜਿਨ੍ਹਾਂ ਦੀ ਜੰਨਤ 'ਚ ਜਾਣਾ ਜੇ ਨਾ, ਉਹਨਾਂ ਦਾ ਵੀ ਕੋਈ ਖਿਆਲ ਕਰੋ, ਕੋਈ ਉਹਨਾਂ ਦਾ ਹਯਾ ਕਰੋ, ਉਹਨਾਂ ਦੀ ਕੋਈ ਗੱਲ ਮੰਨੋ। ਕਿਉਂਕਿ ਜਿਹੜਾ ਅਹਿਲੇ ਬੈਤ ਦਾ ਨਹੀਂ ਨਾ ਬਣਦਾ, ਉਹ ਕਿਸੇ ਦਾ ਵੀ ਨਹੀਂ ਬਣਦਾ। ਤੁਸੀਂ ਲੋਕ ਫਿਰਕਿਆਂ ਦੀ ਮੁਹੱਬਤ ਦੇ ਵਿੱਚ ਅਹਿਲੇ ਬੈਤ ਨੂੰ ਛੱਡ ਗਏ ਹੋ, ਆਪਣੇ ਆਪਣੇ ਫਿਰਕਿਆਂ ਦੀ ਸਪੋਰਟ ਦੇ ਵਿੱਚ। ਕੋਈ ਖੁਦਾ ਦਾ ਖੌਫ ਕਰੋ ਯਾਰ, ਠੀਕ ਹੈ। ਕਿਆ ਮੇਰੀ ਗੱਲ ਗਲਤ ਹੈ? ਜੇ ਗਲਤ ਹੈ ਤਾਂ ਮੈਨੂੰ ਦੱਸਣਾ। ਜੇ ਤੁਸੀਂ ਕਹਿੰਦੇ ਹੋ ਨਾ ਅਸੀਂ ਅਹਿਲੇ ਬੈਤ ਨੂੰ ਮੰਨਦੇ ਹਾਂ, ਫਿਰ ਉਹਨਾਂ ਦੀ ਗੱਲ ਕਿਹੜੀ ਮੰਨਦੇ ਹੋ? ਮੈਨੂੰ ਫਰਮਾਨ ਸਾਬਤ ਕਰਨਾ ਕਿ ਇਹ ਫਰਮਾਨ ਹੈ, ਇਹ ਹਵਾਲਾ ਹੈ, ਇਹ ਵੇਖੋ ਜੀ ਅਸੀਂ ਅਹਿਲੇ ਬੈਤ ਦੀ ਗੱਲ ਮੰਨਦੇ ਹਾਂ। ਬਲਕਿ ਤੁਸੀਂ ਉਲਟ ਕਰ ਰਹੇ ਹੋ। ਅਤੇ ਯਾਰ ਖੁਦਾ ਦਾ ਖੌਫ ਕਰੋ। ਜੇ ਤੁਹਾਨੂੰ ਜੰਨਤ ਹੀ ਨਾ ਮਿਲੀ ਤਾਂ ਤੁਹਾਡੀਆਂ ਇਬਾਦਤਾਂ ਦਾ ਕੀ ਫਾਇਦਾ ਹੋਇਆ? ਆਖਰੀ ਟਾਰਗੇਟ ਜੰਨਤ ਜੇ ਨਾ। ਜੇ ਜੰਨਤ ਹੀ ਨਾ ਮਿਲੀ ਤਾਂ ਇਬਾਦਤ ਦਾ ਕੀ ਫਾਇਦਾ ਹੋਏਗਾ? ਇਹ ਨਾ ਹੋਵੇ ਕਿ ਸਾਰੀਆਂ ਉਹੀ ਗੱਲ ਕਿ ਨਮਾਜ਼ਾਂ ਹਜ ਜ਼ਕਾਤਾਂ ਮੂੰਹ 'ਤੇ ਮਾਰੀਆਂ ਜਾਣ।